सत श्री अकाल बच्चों, मैं सिमरनजीत सिंह फिर तो स्वागत करता हाँ ऑनलाइन चैनल एडुक्रेसी विच। बच्चे हुण असीं देखांगे समान अते असमान दशमलव संख्यावां। समान ਉਹ ਹੁੰਦੀਆਂ ਹਨ, देखो पहला तो दशमलव संख्या हुंदी की है, दशमलव संख्या हुंदी है जिवें 3.2 यानी पॉइंट तो बाद दशमलव तो बाद किन्ने अखर हैं एक। जे दूजी संख्या विच भी पॉइंट तो बाद एक रकम है तो ये दोनों संख्यावां की होईयां समान होईयां, की होईयां समान। परंतु जे मेरे कोले एक पासे 3.1 है अते दूसरे पासे 3.27 यानी कि पॉइंट तो बाद दो रकमां हैं तो इधरली दशमलव संख्या की होई, ਇਹਦੇ ਵਿੱਚ 1 ਹੋਈ, ਇਹਦੇ ਵਿੱਚ ਦਸ਼ਮਲਵ ਸੰਖਿਆ ਕੀ ਹੋਈਆਂ 2, ਤਾਂ ਇਹ ਦਸ਼ਮਲਵ ਸੰਖਿਆ ਸਮਾਨ ਨਹੀਂ ਹੈ। ਇਸ ਨੂੰ ਅਸੀਂ ਕਿਸ ਤਰ੍ਹਾਂ ਸਮਾਨ ਕਰ ਸਕਦੇ ਹਾਂ ਬੱਚਿਓ, ਬੜੇ ਧਿਆਨ ਨਾਲ ਦੇਖੋ। ਜਿਹੜੀ ਸੰਖਿਆ ਸਮਾਨ ਨਹੀਂ ਹੈ ਉਸ ਨੂੰ ਅਸੀਂ ਸਮਾਨ ਇਸ ਤਰ੍ਹਾਂ ਕਰਾਂਗੇ। ਦੇਖੋ ਜਿੰਨੀਆਂ ਸੰਖਿਆਵਾਂ ਯਾਨੀ ਕਿ ਜਿੰਨੀਆਂ ਵੱਧ ਸੰਖਿਆਵਾਂ, ਜਿਸ ਦਸ਼ਮਲਵ ਸੰਖਿਆ ਕੋਲੇ ਵੱਧ ਸੰਖਿਆਵਾਂ, ਇਹਦੇ ਕੋਲ 2 ਨੇ ਨਾ, ਤਾਂ ਆਪਾਂ 3 ਦੇ ਨਾਲ 0.1 ਦੇ ਨਾਲ ਕੀ ਲਾ ਦੇਣਾ ਹੈ 0। ਹੁਣ 3 ਦੇ ਪॉइंट ਤੋਂ ਬਾਅਦ ਇੱਥੇ ਵੀ ਸਾਡੇ ਕੋਲ ਕਿੰਨੀਆਂ ਰਕਮਾਂ ਹੋ ਗਈਆਂ 2, ਦੂਜੇ ਪਾਸੇ ਵੀ ਕਿੰਨੀਆਂ ਸਨ 2, ਤਾਂ ਇਹ ਵੀ ਕੀ ਹੋ ਗਈਆਂ ਸਾਡੇ ਕੋਲੇ ਸਮਾਨ। ਠੀਕ ਹੈ ਬੱਚਿਓ, ਜਿਸ ਵਿੱਚ ਜੋ ਦਸ਼ਮਲਵ ਤੋਂ ਬਾਅਦ ਵਾਲੀਆਂ ਸੰਖਿਆਵਾਂ ਹਨ ਜੇ ਤਾਂ ਉਹ ਬਰਾਬਰ ਹੋਣ, ਯਾਨੀ ਕਿ ਇੱਥੇ ਵੀ ਇੱਕ ਸੰਖਿਆ ਹੈ, संख्यावां की गिणती ना कि संख्यावां। बच्चे ध्यान नाल देखो, संख्यावां की गिणती इत्थे 2 है, इत्थे 7 है, 2 ते 7 बराबर तो नहीं, पर गिणती 1 है, इधर भी एक संख्या है, इत्थे भी 1, तो ये की होणगियां समान। जिथे दशमलव तो बाद वालियां संख्यावां की गिणती बराबर ना होवे उत्थे असमान। असमान नूं समान च बदलण दा तरीका सौखा है। तुसीं ਜਿਹੜੀ संख्या ਦੇ ਕੋਲੇ ਘੱਟ ਨੰਬਰ ਹਨ, यानी कि ਇਹਦੇ ਕੋਲੇ ਇੱਕ ਸੰਖਿਆ ਸੀ ਨਾ, ਉਸ ਦੇ ਨਾਲ ਕੀ ਲਗਾ ਦੇਣਾ ਹੈ 0 ਲਗਾ ਦੇਣਾ ਹੈ। ਬੱਚੇ ਨੋਟ ਕਰ ਲਵੋ। ਹੁਣ ਅਸੀਂ ਦੇਖਦੇ ਹਾਂ ਕਿ ਦਸ਼ਮਲਵ ਨਾਲ ਕਿਹੜੀਆਂ-ਕਿਹੜੀਆਂ ਕਿਰਿਆਵਾਂ ਹੁੰਦੀਆਂ ਹਨ। ਦਸ਼ਮਲਵ ਨਾਲ ਜੋੜ, ਘਟਾਓ, ਗੁਣਾ ਅਤੇ ਭਾਗ ਦੀ ਕਿਰਿਆ ਹੁੰਦੀ ਹੈ, ਪਰੰਤੂ ਇਹ ਕਿਰਿਆਵਾਂ ਆਮ ਸੰਖਿਆਵਾਂ ਦੀਆਂ ਕਿਰਿਆਵਾਂ ਨਾਲੋਂ ਥੋੜੀਆਂ ਵੱਖਰੀਆਂ ਹੁੰਦੀਆਂ ਹਨ। ਵੱਖਰੀਆਂ ਕਿਸ ਤਰ੍ਹਾਂ ਹੁੰਦੀਆਂ ਹਨ ਆਓ ਅਸੀਂ ਦੇਖਦੇ ਹਾਂ। ਕਿਸ ਤਰ੍ਹਾਂ ਇਹ ਦਸ਼ਮਲਵ ਸੰਖਿਆਵਾਂ ਦੀਆਂ ਕਿਰਿਆਵਾਂ ਦੂਸਰੀਆਂ ਸੰਖਿਆਵਾਂ ਦੀਆਂ ਕਿਰਿਆਵਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ, ਆਓ ਅਸੀਂ ਦੇਖਦੇ ਹਾਂ। ਬੱਚਿਓ ਸਭ ਤੋਂ ਪਹਿਲਾਂ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਦਸ਼ਮਲਵ ਸੰਖਿਆ ਦੀ ਕਿਰਿਆ ਕਰਨ ਤੋਂ ਪਹਿਲਾਂ, ਜੋੜ ਜਾਂ ਘਟਾਓ ਦੀ ਕਿਰਿਆ ਕਰਨ ਤੋਂ ਪਹਿਲਾਂ ਦੋਨਾਂ ਸੰਖਿਆਵਾਂ ਦਾ ਦਸ਼ਮਲਵ ਇੱਕੋ ਸਥਾਨ ਤੇ ਰਹਿਣਾ ਚਾਹੀਦਾ ਹੈ। मतलब उसनूं समान दशमलव संख्या कर लेना है। जे असमान दशमलव संख्या है तो उसनूं समान दशमलव संख्या कर लेना है। आओ देखते हैं एक उदाहरण लैके। मान लो मैं जोड़ना है 2.5, पहला तो तुहानूं मैं समान दशमलव संख्या वाली रकम जोड़ के दसदा हाँ। 2.5 ते 3.2 ये दोनों समान दशमलव वाली संख्यावां हैं ना, क्योंकि उपर भी दशमलव तो बाद एक संख्या है तो हेठां भी, दोहां का टोटल करांगे। दशमलव बच्चे अपनी स्थिति नहीं चेंज करेगा। जे एक अखर तो बाद दशमलव लग्या होया है तो इस दे जोड़ विच भी एक दशमलव तो बाद ही जो दशमलव है वो लगेगा। आओ देखते हैं। 5 and 2, 5 ते 2 7, दशमलव तो दशमलव आ गया, 2 ते 3 5, तो उत्तर साडे कोल की आ गया 5.7। ठीक है जी, जोड़ करन लगे असीं दशमलव की पोजीशन वही रखनी है ਅਤੇ ਇਹ ਸਾਡੇ ਕੋਲੇ ਉੱਤਰ ਆ ਗਿਆ। ਬੱਚੋ ਇਸੇ ਤਰ੍ਹਾਂ ਮੈਂ ਅਗਲਾ ਸਵਾਲ ਦੱਸਦਾ ਹਾਂ। ਮੰਨ ਲਓ ਮੇਰੇ ਕੋਲੇ ਕੋਈ ਸਮਾਨ ਦਸ਼ਮਲਵ ਨਹੀਂ ਹੈ, ਤਾਂ ਮੇਰੇ ਕੋਲ ਨੀਚੇ ਜੋ ਦਸ਼ਮਲਵ ਹੈ ਇਹ ਸੰਖਿਆ। ਹੁਣ ਆਪਾਂ ਬੱਚੇ ਹੁਣ ਅਸੀਂ ਅਸਮਾਨ ਦਸ਼ਮਲਵ ਸੰਖਿਆ ਦਾ ਜੋੜ ਕਰਕੇ ਦੇਖਦੇ ਹਾਂ। ਮੰਨ ਲਓ ਇੱਕ ਸੰਖਿਆ ਹੈ 1.3, ਦੂਜੀ ਸੰਖਿਆ ਹੈ 2.03। ਹੁਣ ਇਸ ਵਿੱਚ ਕਿੰਨੀਆਂ ਸੰਖਿਆਵਾਂ ਹਨ ਪॉइंट ਤੋਂ ਬਾਅਦ 2, ਇਸ ਵਿੱਚ 1, ਤਾਂ ਅਸਮਾਨ ਹਨ ਨਾ,
ਤਾਂ ਆਪਾਂ ਕੀ ਕਰਾਂਗੇ, ਜੋ ਵੱਡੀ ਸੰख्या है उसनूं ਉੱਪਰ ਰੱਖ ਲਵੋ, ਵੱਡੀ ਸੰख्या ਉੱਪਰ ਰੱਖ ਲਵੋ। ਉਸ ਤੋਂ ਬਾਅਦ ਜਿਹੜੀ ਅਗਲੀ ਸੰख्या ਹੈ, ਇੱਕ ਪੁਆਇੰਟ ਦੇ ਥੱਲੇ ਪੁਆਇੰਟ ਆਉਣਾ ਚਾਹੀਦਾ ਹੈ। ਦਸ਼ਮਲਵ ਦਾ ਜੋੜ ਜਾਂ ਘਟਾਓ ਕਰਨ ਦਾ ਸਭ ਤੋਂ ਇੰਪੋਰਟੈਂਟ ਨਿਯਮ ਜੋ ਹੈ ਉਹ ਇਹ ਹੈ ਕਿ ਦਸ਼ਮਲਵ ਦੇ ਨੀਚੇ ਦਸ਼ਮਲਵ ਹੀ ਆਉਣਾ ਚਾਹੀਦਾ ਹੈ। ਤਾਂ ਜੋ ਸੰख्या ਸਮਾਨ ਹੈ ਉਸ ਨੂੰ ਆਪਾਂ ਨੇ ਸਮਾਨ ਬਣਾ ਲਿਆ ਇੱਕ ਜ਼ੀਰੋ ਲਗਾ ਕੇ। ਪੁਆਇੰਟ ਤੋਂ ਬਾਅਦ ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ, ਤਾਂ ਕਰਕੇ ਆਪਾਂ ਜ਼ੀਰੋ ਲਗਾ ਸਕਦੇ ਹਾਂ। ਤਾਂ ਇਸ ਨੂੰ ਜੋੜਾਂਗੇ 3 ਤੇ 0 3, 0 ਤੇ 3 3, ਇਹ ਸਾਡੇ ਕੋਲੇ ਆ ਗਿਆ 3.33, 3.33। ਠੀਕ ਹੈ ਬੱਚਿਓ, ਇਹ ਹੋ ਗਿਆ ਵੀ ਜਦੋਂ ਆਪਣੇ ਕੋਲੇ ਸੰਖਿਆਵਾਂ ਦਸ਼ਮਲਵ ਸੰਖਿਆਵਾਂ ਸਮਾਨ ਨਾ ਹੋਣ ਤਾਂ ਆਪਾਂ 10 ਪੁਆਇੰਟ ਦੇ ਥੱਲੇ ਪੁਆਇੰਟ ਲਾ ਕੇ ਉਸ ਸੰਖਿਆ ਨੂੰ ਸਮਾਨ ਕਰ ਲੈਣਾ ਹੈ, ਫਿਰ ਜੋੜ ਦੇਣਾ ਹੈ। ਇਹੀ ਕਿਰਿਆ ਅਸੀਂ ਘਟਾਓ ਲਈ ਵੀ ਕਰਾਂਗੇ। ਘਟਾਓ ਲਈ ਵੀ ਮੰਨ ਲਓ ਸਾਡੇ ਕੋਲੇ ਦੋ ਸੰਖਿਆਵਾਂ ਅਜੇ ਹਨ, ਵੱਡੀ ਸੰख्या ਉੱਪਰ ਲਿਖੀ, ਹੁਣ ਦੇਖੋ ਬੱਚਿਓ ਇੱਥੇ ਇੱਕ ਚੀਜ਼ ਧਿਆਨ ਰੱਖਣੀ ਹੈ। ਹੁਣ 2 ਚੋਂ 3 ਕੱਢਣ ਲਈ ਇੱਕ ਹਸਲ ਉਧਰੋਂ ਲੈਣਾ ਪਵੇਗਾ। ਤੁਸੀਂ ਦਸ਼ਮਲਵ ਦੇਖ ਕੇ ਡਰਨਾ ਨਹੀਂ। ਦਸ਼ਮਲਵ ਦਾ ਸਵਾਲ ਵੀ ਕਈ ਵਾਰ ਦਸ਼ਮਲਵ ਦਾ ਸਵਾਲ ਵੀ ਤੁਸੀਂ ਉਸੇ ਤਰ੍ਹਾਂ ਹੀ ਹਸਲ ਲੈ ਕੇ ਕਰਨਾ ਹੈ। ਇੱਧਰ ਹਸਲ ਲੈ ਕੇ ਕਿੰਨਾ ਬਣ ਗਿਆ 12, 12 ਚੋਂ 3 ਗਏ 9, ਇੱਧਰ ਕਿੰਨਾ ਰਹਿ ਗਿਆ ਸੀ ਸਾਡੇ ਕੋਲ 8, 8 ਚੋਂ 3 ਗਏ 5, ਤਾਂ ਸਾਡੇ ਕੋਲ ਦਸ਼ਮਲਵ ਦਾ ਦਸ਼ਮਲਵ ਆ ਗਿਆ। ਤਾਂ ਸਾਡੇ ਕੋਲੇ ਕੀ ਆ ਗਿਆ 5.9, 5.9। ਬੱਚੇ ਹੁਣ ਅਸੀਂ ਗੁਣਾ ਦੇਖਾਂਗੇ ਕਿ ਗੁਣਾ ਕਿਸ ਤਰ੍ਹਾਂ ਹੁੰਦੀ ਹੈ। ਕਿਸੇ ਵੀ ਦੋ ਦਸ਼ਮਲਵ ਵਾਲੀਆਂ ਸੰਖਿਆਵਾਂ ਨੂੰ ਗੁਣਾ ਜਦੋਂ ਅਸੀਂ ਕਰਦੇ ਹਾਂ, ਮੰਨ ਲਓ ਮੈਂ ਕਰਦਾ ਹਾਂ 2.5 ਤੇ 1.3, 2/2.5 ਗੁਣਾ 1.3। ਬੱਚਿਓ ਜਦੋਂ ਤੁਸੀਂ ਗੁਣਾ ਕਰਨਾ ਹੈ, ਤੁਸੀਂ ਜਿਸ ਤਰ੍ਹਾਂ ਆਮ ਸੰਖਿਆ ਨੂੰ ਗੁਣਾ ਕਰਦੇ ਹਾਂ, ਆਮ ਯਾਨੀ ਕਿ ਬਿਨਾ ਦਸ਼ਮਲਵ ਵਾਲੀ ਸੰਖਿਆ ਨੂੰ ਗੁਣਾ ਕਰਦੇ ਹਾਂ, ਉਸ ਤਰ੍ਹਾਂ ਪਹਿਲਾਂ ਤਾਂ ਇਹਨਾਂ ਦੋਹਾਂ ਸੰਖਿਆਵਾਂ ਦੀ ਕੀ ਕਰ ਲੈਣੀ ਹੈ ਗੁਣਾ। 25 ਨੂੰ 13 ਨਾਲ ਗੁਣਾ, 5 ਤੀਏ 15, 1 ਹਸਲ, 3 ਦੂਣੀ 6 ਤੇ 1 7, 5 ਏਕਮ 5, 1 ਦੂਣੀ 2, ਇਹ ਆ ਗਿਆ ਸਾਡੇ ਕੋਲੇ 325। ਕਿੰਨਾ ਆ ਗਿਆ ਸਾਡੇ ਕੋਲੇ ਇਹ 325। ਤਾਂ ਦੇਖੋ ਬੱਚਿਓ ਹੁਣ ਸਾਡੇ ਕੋਲੇ ਦੋਨਾਂ ਨੂੰ ਗੁਣਾ ਕਰਕੇ ਕਿੰਨਾ ਆ ਗਿਆ 325। ਕਿੰਨੀਆਂ ਰਕਮਾਂ ਹਨ ਪੁਆਇੰਟ ਤੋਂ ਬਾਅਦ? ਇੱਕ ਇਹਦੇ ਕੋਲੇ ਹੈ, ਇੱਕ ਇਹਦੇ ਕੋਲੇ ਹੈ, ਤਾਂ ਕਿੰਨੀਆਂ ਸੰਖਿਆਵਾਂ ਹੋਈਆਂ 2। ਤਾਂ ਸਾਡੇ ਕੋਲੇ 325 ਤੋਂ ਕੀ ਆ ਜਾਵੇਗਾ 2 ਰਕਮਾਂ ਛੱਡ ਕੇ ਸਾਡਾ ਕੀ ਲਾ ਜਾਵੇਗਾ ਬਿੰਦੂ। ਠੀਕ ਹੈ ਬੱਚਿਓ, ਇਸ ਨੂੰ ਥੋੜਾ ਸੌਖੇ ਤਰੀਕੇ ਨਾਲ ਜਦੋਂ ਅਸੀਂ ਦੇਖਦੇ ਹਾਂ, ਦੇਖੋ 2.5 ਗੁਣਾ, ਦੇਖੋ ਇੱਕ ਤਰੀਕਾ ਤਾਂ ਇਹ ਹੈ ਸਿੱਧੀ ਗੁਣਾ ਕਰ ਲਓ, ਜਿੰਨੇ ਅੱਖਰ ਹਨ ਪੁਆਇੰਟ ਤੋਂ ਬਾਅਦ ਜਿੰਨੇ ਅੱਖਰ ਹਨ, ਜਿਵੇਂ ਇੱਕ ਇਹਦੇ ਕੋਲੇ ਹੈ ਇੱਕ ਇਹਦੇ ਕੋਲੇ, ਉਹਨੇ ਰਕਮ ਅੱਖਰ ਛੱਡ ਕੇ ਬਿੰਦੂ ਲਾ ਦਿਓ। ਦੂਜਾ ਤਰੀਕਾ ਦੇਖੋ, ਪਹਿਲਾਂ ਇਹ ਸੰਖਿਆ ਦੀ ਗੁਣਾ ਸੀ, ਇੱਕ ਬਿੰਦੂ ਪੁਆਇੰਟ ਤੋਂ ਬਾਅਦ ਇੱਕ ਰਕਮ ਇਹਦੇ ਕੋਲੇ ਹੈ, ਤਾਂ ਨੀਚੇ ਕੀ ਆ ਜਾਵੇਗਾ 10, ਤਾਂ ਇਸ ਪੁਆਇੰਟ ਤੋਂ ਬਾਅਦ ਵੀ ਇੱਕ ਰਕਮ ਹੈ, ਇੱਥੇ ਵੀ ਕੀ ਆ ਜਾਵੇਗਾ 10। ਬੱਚੇ ਬੜੇ ਧਿਆਨ ਨਾਲ ਦੇਖੋ, 2.5 ਦੇ ਨੀਚੇ ਪੁਆਇੰਟ ਤੋਂ ਬਾਅਦ ਇੱਕ ਰਕਮ ਹੈ, ਮੈਂ 0 ਲਗਾ ਦਿੱਤਾ। 1.3 ਤੋਂ ਬਾਅਦ ਪੁਆਇੰਟ ਤੋਂ ਬਾਅਦ ਕਿੰਨੀ ਰਕਮ ਹੈ, ਇੱਕ, ਮੈਂ ਇੱਥੇ ਵੀ 0 ਲਗਾ ਦਿੱਤਾ। ਤਾਂ ਨੀਚੇ 10 ਗੁਣਾ 10 ਕਿੰਨਾ ਆ ਜਾਵੇਗਾ 100, ਉੱਪਰ 25 ਗੁਣਾ 13, ਇਹ ਸਾਡੇ ਕੋਲੇ 325 ਪਹਿਲਾਂ ਹੀ ਆ ਚੁੱਕਿਆ ਹੈ। ਤਾਂ ਹੁਣ ਕਿੰਨੀਆਂ ਜ਼ੀਰੋਆਂ ਹਨ 2, ਤਾਂ ਕਿੰਨੇ ਅੱਖਰ ਛੱਡ ਕੇ ਬਿੰਦੂ ਲਗਾਉਣਾ ਹੈ 2 ਅੱਖਰ ਛੱਡ ਕੇ। ਤੁਸੀਂ ਇਸ ਤਰੀਕੇ ਨਾਲ ਵੀ ਸਵਾਲ ਨੂੰ ਕਰ ਸਕਦੇ ਹੋ। ਠੀਕ ਹੈ ਬੱਚਿਓ, ਨੋਟ ਕਰ ਲਵੋ। ਜਾਂ ਤਾਂ ਤੁਸੀਂ ਸਿੱਧੀ ਗੁਣਾ ਕਰ ਲਓ, 2 ਪੁਆਇੰਟ ਇੱਕ ਰਕਮ ਇਹਦੇ ਕੋਲੇ ਹੈ ਇੱਕ ਇਹਦੇ ਕੋਲੇ ਹੈ, 19 ਅੱਖਰ ਛੱਡ ਕੇ ਪੁਆਇੰਟ ਲਗਾ ਦੇਵੋ। ਜਾਂ ਇਹਨਾਂ ਦੀ ਗੁਣਾ ਇਹਦੇ ਥੱਲੇ ਇੱਕ ਇੱਕ 0 ਲਗਾ ਕੇ, ਕਿਉਂਕਿ ਇੱਕ ਰਕਮ ਹੈ ਸੀ ਪੁਆਇੰਟ ਤੋਂ ਬਾਅਦ 100 ਬਣਾ ਲਿਆ, ਉੱਪਰ ਗੁਣਾ ਕਰ ਦਿੱਤੀ, ਤਾਂ 2 ਅੱਖਰ ਛੱਡ ਕੇ ਅਸੀਂ ਬਿੰਦੂ ਲਗਾ ਦਿੱਤਾ। ਬੱਚੇ ਨੋਟ ਕਰ ਲਵੋ। ਬੱਚੇ ਹੁਣ ਅਸੀਂ ਦੇਖਾਂਗੇ ਭਾਗ। ਮੰਨ ਲਓ ਮੈਂ 2 ਨੂੰ
4.26 ਨਾਲ ਭਾਗ ਕਰਨਾ। बड़े ध्यान ਨਾਲ देखो बच्चों, देखो पहला 2 ते गया, 2 दूनी 4। हुण पॉइंट है ना, तो जिथे पॉइंट की संख्या शुरू होंदी है, पहला 2 दूनी 4 आ गया, फिर पॉइंट है तो इत्थे आपां ने की लगा दिता पॉइंट। एक रकम तो बाद पॉइंट आया तो आपां ने पॉइंट लगा दिता। फिर की आ गया 2 एकम 2, नीचे 2 आ गया सी ना, 2 एकम 2, फिर 6 उत्तर आएगा तो 2 तिया 6, यानी साढ़े कोल उत्तर की आ गया 2.13। उत्तर की आ गया 2.13। इसनूं तुसीं थोड़ा होर सौखे तरीके नाल कर सकते हो बच्चे। देखो जे आपां ने देखो 4.26 नूं असीं भाग करना सी 2 नाल, ठीक है, तो तुसीं की कर सकते हो, पहला 426 नूं 2 नाल भाग कर लो सीधा। 2 दूनी 4, 2 आ गया, 2 एकम 2, 6 आ गया, 2 तिया 6, कितना आ गया 213। तक किन्नियां रकमां छड्ड के बिंदु लग्या है 2, तो 2 रकमां छड्ड के तुसीं बिंदु ला देना है। तुसीं जदों किसी दशमलव वाली संख्या नूं भाग करना है तो तुसीं ये भुल जाओ कि उत्थे दशमलव है, क्योंकि कई बार दशमलव नूं जे तुसीं उत्थे ध्यान च रखदे हो तो सवाल गलत हो जाना है। तुसीं बस केवल ये ध्यान रखना है कि जिस स्थान ते दशमलव लग्या है उसे स्थान ते ही दशमलव नूं लगाउणा है। जे 2 रकमां छड्ड के दशमलव लग्या है तो तुसीं 2 रकमां छड्ड के दशमलव लगाउणा है। जे 1 रकम छड्ड के दशमलव लग्या है तो 1 रकम छड्ड के तुसीं दशमलव लगाउणा है। बच्चों समझ आ गया तुहानूं? यानी दशमलव के सवालों में दशमलव की जो पोजीशन है, जो उसका स्थान है, वो बहुत ज़्यादा इंपॉर्टेंट है। उस दे नाल ही तुहाडा सारा सवाल सही या गलत हो सकता है। आओ बच्चे हुण आपां एक्सरसाइज 4.8 देखते हाँ। 4.8 दे विच जो सवाल है, हेठ दिते संख्यावां दा जोड़फल करो। तो जोड़फल की है 2 पहली संख्या है 2.4, 5.3 ते 4.1। ध्यान नाल देखो 2.4, 5.3 एंड 4.1। हुण सारियां संख्यावां की हन? समान हन। की हन? समान। समान दशमलव संख्यावां हन ना, तो असीं इन्हां नूं पॉइंट की वैल्यू उत्थे रखनी है, इनू जोड़ देना है। 4 ते 3 7 ते 1 8, 5 ते 2 7, 7 ते 4 11, तो साढ़े को उत्तर कितना आया 11.8। बच्चे हुण असीं ई सवाल देखते हाँ। ई सवाल है तिन्ने ही संख्यावां की हन? असमान हन। इस विच पॉइंट है नहीं। दूजी दे विच 1 रकम छड्ड के पॉइंट है पिछों। तीजी दे विच की है? 3 रकमां छड्ड के पॉइंट है। तो असीं देखते हाँ पहला सवाल करके। सब तो वड्डी संख्या असीं उपर रखी, ठीक है बच्चों। उस तो बाद मैं पॉइंट की पोजीशन नहीं चेंज करनी तिन्ने संख्यावां दे विच, ठीक है बच्चों। पॉइंट की पोजीशन मैं पहले ही ला दी, पॉइंट के हेठां पॉइंट ही आएगा, पॉइंट के थले तुसीं होर रकम नहीं ला सकते। तो देखो अगली संख्या किहड़ी है? 13.8। तो बाकी जिहड़ियां संख्यावां ने इन्हूं मैं बराबर बना दिता, यानी कि 2 जीरो लगा दित्तियां। पॉइंट तो बाद जीरो की कोई वैल्यू नहीं ना होंदी, तो मैं 13.8 नूं 13.800 बना दिता। हुण मेरे को अगली संख्या सी 12। वजी दे नाल कोई होर जीरो ना हो तो 0.0 लगा के आपां इसनूं इस तरह लिख लिया। देखो बच्चे ध्यान नाल, तो 8.120, 13.8, 12.0, 8.12, 13.800, 12.000। मैं इन्हां दा जोड़ कर देना हाँ। 0 2 9 8 ते 3 11 ते 2 13। ये आ गया साढ़े कोले। बच्चे बड़े ध्यान नाल देखो,
ਪਹਿਲਾਂ ਅਸਮਾਨ ਸੰਖਿਆਵਾਂ ਹਨ। ਸਭ ਤੋਂ ਵੱਡੀ ਸੰਖਿਆ ਯਾਨੀ ਕਿ ਜਿਹੜੀ ਸੰਖਿਆ ਦੇ ਨਾਲ ਪੁਆਇੰਟ ਤੋਂ ਬਾਅਦ ਵੱਧ ਸੰਖਿਆਵਾਂ ਹੋਣ ਉਹ ਪਹਿਲਾਂ ਲਿਖ ਲਈ। ਉਹ ਤੋਂ ਬਾਅਦ 13.8 ਜੋ ਹੈ ਉਸ ਦੇ ਨਾਲ 0 ਲਗਾ ਦਿੱਤੀਆਂ। 12 ਦਸ਼ਮਲਵ ਵਾਲੀ ਸੰਖਿਆ ਨਹੀਂ ਹੈ ਤਾਂ ਮੈਂ ਪੁਆਇੰਟ ਲਾ ਕੇ ਸੰਖਿਆਵਾਂ ਬਣਾ ਦਿੱਤੀਆਂ। ਟੋਟਲ ਕਰ ਲਿਆ ਆਪਾਂ ਨੇ, ਟੋਟਲ ਕਰਕੇ ਜਿੰਨਾ ਜਿੰਨਾ ਟੋਟਲ ਆਇਆ ਉਹ ਆਪਾਂ ਨੇ ਕਰ ਦਿੱਤਾ। ਠੀਕ ਹੈ ਬੱਚਿਓ, ਨੋਟ ਕਰ ਲਵੋ। ਬੱਚੇ ਹੁਣ ਐਕਸਰਸਾਈਜ਼ 4.8 ਦਾ ਦੂਜੇ ਦਾ ਪਹਿਲਾ ਸਵਾਲ ਦੇਖੋ। ਪਹਿਲੇ ਸਵਾਲ ਦੇ ਵਿੱਚ ਕੀ ਦੱਸਿਆ ਗਿਆ ਹੈ, ਦੇਖੋ ਬੱਚਿਓ ਧਿਆਨ ਨਾਲ। 8.82 ਵਿੱਚੋਂ 7.731 ਘਟਾਓ। ਤਾਂ ਕੀ ਕਰਾਂਗੇ ਆਪਾਂ, ਵੱਡੀ ਸੰਖਿਆ ਉੱਪਰ ਪੁਆਇੰਟ ਦੇ ਥੱਲੇ ਪੁਆਇੰਟ, ਜਿੰਨੀਆਂ ਮਰਜ਼ੀ ਸੰਖਿਆਵਾਂ ਹੋਣ ਤੁਸੀਂ ਪੁਆਇੰਟ ਦੇ ਥੱਲੇ ਪੁਆਇੰਟ ਕਰਨਾ ਹੈ। 7.3 ਬਸ ਜਿਵੇਂ ਆਪਾਂ ਨਾਰਮਲ ਘਟਾਓ ਦਾ ਸਵਾਲ ਕਰਦੇ ਹਾਂ ਉਸ ਤਰ੍ਹਾਂ ਦਾ ਸਵਾਲ ਕਰਨਾ ਹੈ। 2 ਚੋਂ 1 ਗਏ 1, 8 ਚੋਂ 3 ਗਏ 5, ਪੁਆਇੰਟ ਦੇ ਥੱਲੇ ਪੁਆਇੰਟ। ਸਾਡੇ ਕੋਲ ਉੱਤਰ ਕੀ ਆ ਗਿਆ 1.51। ਠੀਕ ਹੈ ਬੱਚਿਓ, ਨੋਟ ਕਰ ਲਵੋ। 4.9 ਦੇ ਵਿੱਚ ਪਹਿਲਾ ਸਵਾਲ ਹੈ ਦਸ਼ਮਲਵ ਸੰਖਿਆ ਦਾ ਗੁਣਨਫਲ। ਆਓ ਦੇਖਦੇ ਹਾਂ। ਪਹਿਲਾ ਸਵਾਲ ਸਾਡੇ ਕੋਲ ਹੈ ਇਹ ਸਵਾਲ 5.15 into 6। ਦੇਖੋ ਬੱਚਿਓ, ਪਹਿਲੀ ਰਕਮ ਦੇ ਵਿੱਚ 2 ਅੱਖਰ ਛੱਡ ਕੇ ਪੁਆਇੰਟ ਲੱਗਿਆ ਹੋਇਆ ਹੈ, ਦੂਜੀ ਦੇ ਨਾਲ ਕੋਈ ਦਸ਼ਮਲਵ ਨਹੀਂ ਹੈ। ਗੁਣਾ ਦਾ ਸਿੱਧਾ ਫਾਰਮੂਲਾ ਹੈ, ਪਹਿਲਾਂ ਇਹਨਾਂ ਸੰਖਿਆ ਨੂੰ ਸਿੱਧੇ ਰੂਪ ਵਿੱਚ ਗੁਣਾ ਕਰ ਲਵੋ। ਗੁਣਾ ਕਰ ਲਈ, 6 5 30, 3 ਹਾਸਲ 6 ਕਮ 6, 3 3 9, 6 5 30। ਇਹ ਸੰਖਿਆ ਆ ਗਈ। ਤਾਂ ਹੁਣ ਕੁੱਲ ਕਿੰਨੀਆਂ ਰਕਮਾਂ ਤੋਂ ਬਾਅਦ ਬਿੰਦੂ ਸੀਗਾ? 2 ਇੱਥੇ ਸੀ, ਇੱਥੇ ਕੋਈ ਸੰਖਿਆ ਨਹੀਂ ਸੀ, ਤਾਂ ਇਹ ਸਾਡੇ ਕੋਲ ਉੱਤਰ ਆ ਜਾਵੇਗਾ 30 ਇਸ ਸੰਖਿਆ ਨੂੰ ਤੁਸੀਂ 30.9 ਲਿਖ ਸਕਦੇ ਹੋ ਕਿਉਂਕਿ ਬਿੰਦੂ ਤੋਂ ਬਾਅਦ 0 ਦੀ ਕੋਈ ਵੈਲਿਊ ਨਹੀਂ ਹੁੰਦੀ। ਤਾਂ ਇਸ ਨੂੰ ਤੁਸੀਂ 30.9 ਲਿਖ ਸਕਦੇ ਹੋ। ਬੱਚਿਓ ਨੋਟ ਕਰ ਲਵੋ। ਬੱਚਿਓ ਅਗਲਾ ਸਵਾਲ ਦੇਖੋ 9.02, 9.05, 0.2। 9.005 ਗੁਣਾ 0.2। ਦੇਖੋ ਬੱਚਿਓ, ਇਸ ਸਵਾਲ ਦੇ ਵਿੱਚ ਕੀ ਹੈ? ਇਸ ਸਵਾਲ ਦੇ ਵਿੱਚ ਹੈ 2 ਸੰਖਿਆਵਾਂ ਸਾਡੇ ਕੋਲ ਇੱਥੇ ਹਨ, ਇੱਕ ਇੱਥੇ ਹੈ। ਤਾਂ ਕਿੰਨੀਆਂ ਸੰਖਿਆਵਾਂ ਹੋ ਗਈਆਂ ਸਾਡੇ ਕੋਲੇ? ਪੁਆਇੰਟ ਤੋਂ ਬਾਅਦ ਕਿੰਨੀਆਂ ਸੰਖਿਆਵਾਂ ਹੋ ਗਈਆਂ? 3। ਇਸ ਨੂੰ ਤੁਸੀਂ ਰਫ ਤੁਸੀਂ ਲਿਖ ਸਕਦੇ ਹੋ ਕਿੰਨੀਆਂ ਸੰਖਿਆਵਾਂ ਹੋ ਗਈਆਂ, ਤੁਹਾਡੇ ਯਾਦ ਰਹੂਗਾ। ਹੁਣ ਦੇਖੋ ਇਸ ਨੂੰ ਸਿੱਧੀ ਜਿਸ ਤਰ੍ਹਾਂ ਆਪਾਂ ਆਮ ਗੁਣਾ ਕਰਦੇ ਹਾਂ ਇਸ ਤਰ੍ਹਾਂ ਗੁਣਾ ਕਰ ਲਓ। 5 ਦੂਣੀ 10, 1 ਹਾਸਲ 2 0 ਦਾ 0 ਤੇ 1, 9 ਦੂਣੀ 18। ਸਾਡੇ ਕੋਲ ਕਿੰਨਾ ਉੱਤਰ ਆ ਗਿਆ ਇਹਨਾਂ ਦੋਹਾਂ ਦੀ ਗੁਣਾ ਦਾ? 1810। ਤੇ ਕਿੰਨੀਆਂ ਸੰਖਿਆਵਾਂ ਸੀ ਸਾਡੇ ਕੋਲੇ ਜਿਨ੍ਹਾਂ ਤੋਂ ਬਾਅਦ ਬਿੰਦੂ ਤੋਂ ਬਾਅਦ ਕਿੰਨੀਆਂ ਕੁੱਲ ਸੰਖਿਆਵਾਂ ਕਿੰਨੀਆਂ ਸੀ? 3। ਤਾਂ ਪਿੱਛੋਂ ਤੁਸੀਂ 3 ਸੰਖਿਆਵਾਂ ਛੱਡ ਕੇ ਬਿੰਦੂ ਲਗਾ ਦਿਓ। ਇਹ ਤੁਹਾਡੇ ਕੋਲ ਆ ਗਿਆ 1.81। ਮੈਂ ਇੱਥੇ 0 ਨਹੀਂ ਲਗਾਇਆ ਕਿਉਂਕਿ ਪੁਆਇੰਟ ਤੋਂ ਬਾਅਦ ਤੁਸੀਂ 0 ਦੀ ਵੈਲਿਊ ਨਿਲ ਹੁੰਦੀ ਹੈ। ਬੱਚਿਓ ਹੁਣ ਅਸੀਂ ਐਕਸਰਸਾਈਜ਼ 4.9 ਦਾ ਦੂਸਰਾ ਸਵਾਲ ਕਰਾਂਗੇ। ਦੂਸਰੇ ਸਵਾਲ ਦੇ ਵਿੱਚ ਕੀ ਹੈ? ਭਾਗ ਕਰਨਾ। ਭਾਗ। ਪਹਿਲਾ ਸਵਾਲ ਹੈ 3 ਨੂੰ 18 24 ਨਾਲ ਭਾਗ। ਦੇਖੋ ਬੱਚਿਓ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਤੁਸੀਂ ਜਾਂ ਤਾਂ ਸਿੱਧੇ ਰੂਪ ਵਿੱਚ ਭਾਗ ਆਓ ਆਪਾਂ ਭਾਗ ਕਰਕੇ ਦੇਖਦੇ ਹਾਂ। 18.24 3 ਤੇ ਦੇਖੋ ਬੱਚਿਓ ਬੜੇ ਧਿਆਨ ਨਾਲ, ਪਹਿਲਾ 3 ਕਿੰਨੇ ਤੇ ਗਿਆ? 6 ਤੀਏ 18, 0 ਆ ਗਿਆ ਨਾ। ਹੁਣ ਦੇਖੋ ਪਹਿਲੇ ਰਕਮ ਤੇ ਗਿਆ 6 ਤੀਏ 18 ਆ ਗਿਆ ਨਾ। ਤਾਂ ਹੁਣ ਉਸ ਤੋਂ ਬਾਅਦ ਕਿਹੜੀ ਸੰਖਿਆ ਹੈ? ਬਿੰਦੂ। ਤਾਂ ਜਿਹੜੇ ਗੁਣਨ ਤੇ
ਭਾਗ ਕਰਨ ਲੱਗੇ ਜਿਸ ਸਮੇਂ ਬਿੰਦੂ ਆਉਂਦਾ ਹੈ ਉਸ ਸਮੇਂ ਹੀ ਅਸੀਂ ਉੱਪਰ ਕੀ ਲਗਾ ਦੇਣਾ ਹੈ, ਬਿੰਦੂ। ਤਾਂ ਉਸ ਵੇਲੇ ਅਸੀਂ ਕੀ ਲਗਾ ਦੇਣਾ ਹੈ, ਬਿੰਦੂ। ਗੁਣਨਫਲ ਦੇ ਵਿੱਚ, ਭਾਗਫਲ ਦੇ ਵਿੱਚ ਬਿੰਦੂ ਲਗਾ ਦੇਣਾ ਹੈ। ਫਿਰ ਕੀ ਆ ਗਿਆ ਸਾਡੇ ਕੋਲੇ 2, ਇਹ ਕਿੰਨੇ ਤੇ ਗਿਆ 0 ਤੇ 2। ਫਿਰ ਆਪਣੇ ਕੋਲ ਕੀ ਆ ਗਿਆ ਉਹ ਥੱਲੇ 4 24। ਤਾਂ ਹੁਣ 3 ਕਿੰਨੇ ਤੇ ਜਾਵੇਗਾ 8 ਤੀਆ 24। ਤਾਂ ਉੱਤਰ ਸਾਡੇ ਕੋਲੇ ਕੀ ਆ ਗਿਆ 6.08। ਠੀਕ ਹੈ ਬੱਚਿਓ, ਬੜੇ ਧਿਆਨ ਨਾਲ ਦੇਖੋ। ਇਸ ਨੂੰ ਜੇ ਤੁਸੀਂ ਭਾਗ ਨੂੰ, ਜਦੋਂ ਤੁਸੀਂ ਭਾਗ ਦੇ ਵਿੱਚ ਦਸ਼ਮਲਵ ਦੇਖ ਕੇ ਤੁਸੀਂ ਘਬਰਾਉਣਾ ਨਹੀਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ, ਤੁਸੀਂ ਇਸ ਨੂੰ ਸਿੱਧੇ ਰੂਪ ਵਿੱਚ ਭਾਗ ਕਰਕੇ ਵੀ ਕਰ ਸਕਦੇ ਹੋ। ਮੈਂ ਤੁਹਾਨੂੰ ਦੁਬਾਰਾ ਕਰਕੇ ਦਿਖਾਉਣਾ ਹਾਂ। ਦੇਖੋ ਆਪਣੇ ਕੋਲ ਸੰਖਿਆ ਸੀ 18.24, ਕਿੰਨੇ ਨਾਲ ਭਾਗ ਕਰਨਾ ਸੀ ਆਪਾਂ 3 ਨਾਲ। ਦੇਖੋ ਬੱਚਿਓ, ਮੈਂ ਤੁਹਾਨੂੰ ਸਿੱਧੇ ਰੂਪ ਵਿੱਚ ਕਰਕੇ ਦਿਖਾਉਣਾ ਹੈ। ਇਹ ਵਿਧੀ ਵੀ ਤੁਸੀਂ ਵਰਤ ਸਕਦੇ ਹੋ। 1824 ਨੂੰ ਪਹਿਲਾਂ ਤੁਸੀਂ ਭਾਗ ਕਰ ਲਿਆ 3 ਨਾਲ, 6 ਤੀਏ 18, 2 ਤੇ 0 ਤੇ ਗਿਆ, 2 4 ਥੱਲੇ ਆ ਗਿਆ, 8 ਤੀਆ 24। ਤਾਂ ਸਾਡੇ ਕੋਲ ਉੱਤਰ ਕੀ ਆਇਆ 608। ਹੁਣ ਤੁਸੀਂ ਇਹ ਦੇਖ ਲੈਣਾ ਹੈ ਵੀ ਕਿੰਨੀਆਂ ਸੰਖਿਆਵਾਂ ਪਿੱਛੋਂ ਛੱਡ ਕੇ ਬਿੰਦੂ ਲੱਗਿਆ ਹੈ, ਦਸ਼ਮਲਵ ਲੱਗਿਆ। ਕਿੰਨੀਆਂ ਸੰਖਿਆਵਾਂ ਛੱਡ ਕੇ 1 ਤੇ 2। ਤਾਂ ਇੱਥੋਂ ਵੀ ਅਸੀਂ 2 ਸੰਖਿਆਵਾਂ ਛੱਡ ਕੇ ਕੀ ਲਗਾ ਦੇਣਾ ਹੈ, ਬਿੰਦੂ। ਦੇਖਿਆ ਬੱਚਿਓ, ਤੁਸੀਂ ਇਸ ਨੂੰ ਸਿੰਪਲ ਭਾਗ ਵਿਧੀ ਰਾਹੀਂ ਵੀ ਕਰ ਸਕਦੇ ਹੋ ਤੇ ਦਸ਼ਮਲਵ ਨੂੰ ਵਿੱਚ ਰੱਖ ਕੇ ਵੀ ਭਾਗ ਕਰ ਸਕਦੇ ਹੋ। ਦੋਨਾਂ ਹੀ ਵਿਧੀਆਂ ਦੇ ਨਾਲ ਤੁਹਾਡਾ ਜੋ ਸਵਾਲ ਹੈ ਉਹ ਠੀਕ ਹੋਵੇਗਾ। ਠੀਕ ਹੈ ਬੱਚਿਓ, ਨੋਟ ਕਰ ਲਵੋ। ਬੱਚਿਓ ਹੁਣ ਅਸੀਂ ਅਗਲਾ ਸਵਾਲ ਦੇਖਦੇ ਹਾਂ। ਇਹ ਵੀ ਸਵਾਲ ਭਾਗ ਵਾਲਾ ਹੈ। 2.48 ਨੂੰ ਭਾਗ ਕਰਨਾ ਹੈ 8 ਤੇ। ਠੀਕ ਹੈ ਬੱਚਿਓ, ਤਾਂ ਅਸੀਂ ਕੀ ਕਰਿਆ 8 2.48। ਇਹ ਵੀ ਉਸੇ ਤਰ੍ਹਾਂ ਹੀ ਹੈ। ਪਹਿਲਾਂ 2 8 ਦੇ ਪਾੜੇ 'ਚ 2 ਨਹੀਂ ਆਵੇਗਾ, 0 ਤੇ ਗਿਆ ਨਾ, 0 ਆ ਗਿਆ। ਫਿਰ ਬਿੰਦੂ ਆ ਗਿਆ। ਦੇਖੋ ਬੱਚਿਓ ਬੜੇ ਧਿਆਨ ਨਾਲ, ਫਿਰ ਕੀ ਆ ਗਿਆ, ਬਿੰਦੂ ਆ ਗਿਆ। ਤਾਂ ਫਿਰ ਕੀ ਆਇਆ ਨੀਚੇ 4, 2 ਚੋਂ 0 ਗਏ 2 ਆ ਗਿਆ ਸੀ, ਉੱਪਰੋਂ 4 ਆ ਗਿਆ, 8 ਤੀਆ 24, 0 ਉੱਪਰੋਂ ਕੀ ਆ ਗਿਆ 8, 8 ਏਕਮ 8। ਤਾਂ ਉੱਤਰ ਕੀ ਆ ਗਿਆ 0.31। ਕੀ ਆ ਗਿਆ 0.31। ਇਸੇ ਨੂੰ ਤੁਸੀਂ ਦੂਸਰੀ ਵਿਧੀ ਨਾਲ, ਮੈਂ ਹੁਣੇ ਤੁਹਾਨੂੰ ਦੱਸਿਆ ਹੈ, 248 ਨੂੰ ਤੁਸੀਂ 8 ਨਾਲ ਭਾਗ ਕਰ ਲਓ। 8 ਨਾਲ ਭਾਗ ਕਰੇ 8 ਤੀਆ ਕਿੰਨਾ ਹੁੰਦਾ 24। ਫਿਰ ਕਿੰਨੇ ਤੇ ਗਿਆ ਇਹ 1 ਤੇ, ਕਿੰਨਾ ਆ ਗਿਆ 31। ਤਾਂ ਕਿੰਨੀਆਂ ਰਕਮਾਂ ਛੱਡ ਕੇ, ਕਿੰਨੇ ਸੰਖਿਆ ਛੱਡ ਕੇ ਬਿੰਦੂ ਲੱਗਿਆ ਹੈ 2। ਤਾਂ 31 ਦੇ ਵਿੱਚ ਤੁਸੀਂ 2 ਰਕਮਾਂ ਛੱਡ ਕੇ ਬਿੰਦੂ ਇੱਥੇ ਲਗਾ ਦੇਵੋਗੇ, ਤਾਂ ਵੀ ਉੱਤਰ ਸਾਡੇ ਕੋਲੇ ਕੀ ਆਇਆ 0.31। ਸੋ ਬੱਚਿਓ, ਹੁਣ ਤੱਕ ਆਪਾਂ ਚੌਥੇ ਅਧਿਆਇ ਦੇ ਵਿੱਚ ਭਿੰਨਾਤਮਕ ਸੰਖਿਆ ਤੋਂ ਕਿਸ ਤਰ੍ਹਾਂ ਦਸ਼ਮਲਵ ਸੰਖਿਆਵਾਂ ਬਣਦੀਆਂ ਹਨ ਇਹ ਸਿੱਖਿਆ। ਦਸ਼ਮਲਵ ਸੰਖਿਆ ਤੋਂ ਭਿੰਨ ਸੰਖਿਆ ਤੇ ਭਿੰਨ ਸੰਖਿਆਵਾਂ ਤੋਂ ਦਸ਼ਮਲਵ ਸੰਖਿਆ। ਦਸ਼ਮਲਵ ਸੰਖਿਆ ਦੇ ਜੋੜ ਘਟਾਓ ਭਾਗ, ਭਿੰਨਾਤਮਕ ਸੰਖਿਆਵਾਂ ਦੇ ਜੋੜ ਘਟਾਓ ਅਤੇ ਭਾਗ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇ ਕਿਸੇ ਬੱਚੇ ਨੂੰ ਕੋਈ ਸਵਾਲ ਸਮਝ ਨਹੀਂ ਆਉਂਦਾ ਤਾਂ ਉਹ ਕਮੈਂਟਸ ਦੇ ਵਿੱਚ ਦੱਸ ਸਕਦਾ ਹੈ। ਥੈਂਕ ਯੂ ਸੋ ਮਚ।